ਮੈਨੂੰ ਜਿੱਦਾਂ ਬੱਚਿਆਂ ਦਾ ਬਹੁਤ ਹੋਰ ਤਰੀਕੇ ਨਾਲ ਕੁਝ ਕਰਨਾ ਚਾਹੀਦਾ ਸੀਗਾ, ਉਹ ਮੈਂ ਫੀਲ ਕਰ ਸਕਦੀ ਹਾਂ ਵੀ ਹੋ ਸਕਦਾ ਮੈਂ ਐਜ਼ ਆ ਉਹ ਮਾਵਾਂ ਦੀ ਤਰ੍ਹਾਂ ਨਹੀਂ ਕੀਤਾ ਜਿਹੜੀਆਂ ਸਾਰੀਆਂ ਮਾਵਾਂ ਜਾਂ ਫਾਦਰ ਇਕੱਠੇ ਹੋ ਕੇ ਕਰਦੇ ਹੈਗੇ ਆ। ਮਤਲਬ ਮੇਰਾ ਐਕਸਪੀਰੀਅੰਸ ਹੀ ਆ ਇਹ ਕਿ ਮੈਂ ਫੈਮਲੀਆਂ 'ਚ ਦੇਖਿਆ ਹੈਗਾ ਆ, ਮੈਂ ਲੋਕਾਂ ਦੇ ਵਿੱਚ ਦੀ ਵਿਚਰੀ ਹੈਗੀ ਆ। ਲੋਕ ਆਪਣੀ ਫੈਮਿਲੀ ਨੂੰ ਪ੍ਰੈਫਰ ਪਹਿਲਾਂ ਕਰਦੇ ਹੈਗੇ ਆ, ਬੱਚਿਆਂ ਦਾ ਦੇਖਦੇ ਹੈਗੇ ਆ, ਫਿਰ ਉਹਨਾਂ ਦੇ ਵਿਆਹ ਜਾਂ ਕਿੱਦਾਂ ਸਾਰਾ ਕੁਛ ਉਹਨਾਂ ਲਈ ਬਣਾਉਣ ਦੇ ਲਈ ਸੋਚਦੇ ਹੈਗੇ ਆ। ਮੈਂ ਮਿਸ਼ਨਰੀ ਲੜਕੀ ਹੋਣ ਦੇ ਨਾਂ ਤੇ ਇੰਡੀਆ ਇੱਕ ਮਿਸ਼ਨ ਦਾ ਨਾਂ ਦਿੱਤਾ ਜਾਂਦਾ, ਜਿਹੜੇ ਬੰਦੇ ਜਿਹੜੇ ਲੋਕ ਬਾਬਾ ਸਾਹਿਬ ਅੰਬੇਡਕਰ ਤੇ ਵਿਚਾਰਧਾਰਾ ਤੇ ਕੰਮ ਕਰਦੇ ਆ, ਕਿ ਇਹ ਮਿਸ਼ਨਰੀ ਲੋਕ ਹੈ। ਆਪਣੇ ਦੂਸਰੇ ਲੋਕਾਂ ਨੂੰ ਅਪਲਿਫਟ ਕਰਨਾ, ਉਹਨਾਂ ਨੂੰ ਵੀ ਹੋਰ ਗੱਲਬਾਤ ਕਰਨੀ ਉਹਨਾਂ ਨਾਲ, ਹਨਾ ਵੀ ਤੁਸੀਂ ਅਪ ਹੋਵੋ, ਪੜ੍ਹੋ ਲਿਖੋ। ਤਾਂ ਮੈਨੂੰ ਇਦਾਂ ਹੀ ਲੱਗਿਆ ਕਿ ਮੇਰੇ ਵਾਸਤੇ ਜਿੱਥੇ ਜਿੱਥੇ ਵੀ ਲੋਕ ਬੈਠੇ ਆ, ਮੈਂ ਉਹਨਾਂ ਦੀ ਵੈਸੇ ਕਾਸਟ ਨਹੀਂ ਦੇਖਦੀ। ਜਿਹਦੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਹੁੰਦਾ, ਜਿਹਦੇ ਨਾਲ ਵੀ ਕੋਈ ਅਤਿਆਚਾਰ ਹੁੰਦਾ ਹੈਗਾ ਆ, ਜਿਹਦੇ ਤੇ ਮੈਨੂੰ ਉਹ ਸਾਰੇ ਇੱਕੋ ਜਿਹੇ ਲੱਗਦੇ ਹੈਗੇ। ਮੈਂ ਚਾਹੁੰਦੀ ਉਹਨਾਂ ਨੂੰ ਦੱਸਿਆ ਜਾਵੇ ਵੀ ਨਹੀਂ, ਤੁਹਾਡੇ ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ। ਅਸੀਂ ਹਿਊਮਨ ਬੀਇੰਗ ਆ, ਅਸੀਂ ਪੈਦਾ ਹੋਏ ਆ, ਇੱਥੇ ਆਏ ਆ, ਇੱਕ ਦਿਨ ਆਏ, ਸਭ ਨੇ ਚਲੇ ਜਾਣਾ, ਕੋਈ ਰਹਿਣਾ ਕਿਸੇ ਨੇ ਨਹੀਂ ਹੈਗਾ। ਤੇ ਉਸ ਬੇਸ ਤੇ ਮੈਨੂੰ ਸਾਰੇ ਹੀ ਆਪਣੇ ਬੱਚੇ ਲੱਗਦੇ ਆ, ਉਸ ਬੇਸ ਤੇ ਮੈਨੂੰ ਸਾਰੇ ਆਪਣੇ ਭੈਣਾਂ ਭਰਾ ਲੱਗਦੇ ਹੈਗੇ ਆ। ਤੇ ਲੇਕਿਨ ਜਿਹੜਾ ਇਹ ਸੰਸਾਰ ਹੈ, ਜਿਹੜੇ ਲੋਕ ਹੈ, ਜਿੰਨੇ ਵੀ ਅਸੀਂ ਇਸ ਧਰਤੀ ਤੇ ਰਹਿੰਦੇ ਆ, ਬਹੁਤ ਘੱਟ ਹੈ ਜਿਹੜੇ ਇਦਾਂ ਸੋਚਦੇ ਆ ਕਿ ਇਹ ਸਾਰਾ ਸੰਸਾਰ ਹੀ ਸਾਡਾ। ਤੇ ਬਹੁਤੇ ਜਿਹੜੇ ਹੈਗੇ, ਜਿਹੜਾ ਬਹੁਮਤ ਹੈ, ਮੈਜੋਰਿਟੀ ਆ ਜਿਹਨੂੰ ਆਪਾਂ ਕਹਿੰਦੇ ਆ, ਉਹ ਇਦਾਂ ਹੀ ਸੋਚਦੇ ਆ ਕਿ ਮੇਰਾ ਘਰ ਮੇਰਾ ਘਰ, ਮੇਰੀ ਫੈਮਿਲੀ ਮੇਰੀ ਫੈਮਿਲੀ। ਸੋ ਇਸ ਕਰਕੇ ਉਹ ਜਿਹੜਾ ਇੱਕ ਮੇਰਾ ਤੇ ਮੇਰਾ, ਉਹਦੇ ਨਾਲ ਜਿਹੜੀ ਅਸੀਂ ਕਿਸੇ ਦੀ ਹੈਲਪ ਨਾਲ ਇਹ ਵਧੀਆ ਬਣਾ ਸਕਦੇ ਹਾਂ, ਇਸ ਸੰਸਾਰ ਨੂੰ ਪੂਰੇ ਗਲੋਬਲਾਈਜੇਸ਼ਨ ਅੱਛਾ ਕਰ ਸਕਦੇ ਹਾਂ। ਉਹਦਾ ਰੀਜ਼ਨ ਵੀ ਇਹ ਵੀ ਹੈਗਾ ਕਿ ਅਸੀਂ ਇਹ ਰੀਜ਼ਨ ਕਰਕੇ ਅਸੀਂ ਨਹੀਂ ਬਣਾਉਂਦੇ ਹੈਗੇ। ਅਸੀਂ ਇਸ ਦੇਸ਼ ਵਿੱਚ ਵੀ ਆ ਕੇ, ਇੰਨਾ ਸੋਹਣਾ ਕੰਟਰੀ ਆ ਕੈਨੇਡਾ, ਰੀਅਲੀ ਮੈਂ ਇਹਦੀ ਖੂਬਸੂਰਤੀ, ਇੱਥੇ ਦਾ ਇਨਵਾਇਰਮੈਂਟ, ਇੱਥੇ ਦੀ ਹਵਾ, ਇੱਥੇ ਦਾ ਪੌਣ ਪਾਣੀ ਇੰਨਾ ਕਲੀਨ ਮੈਨੂੰ ਨਹੀਂ ਕਿਤੇ ਨਜ਼ਰ ਆਇਆ। ਕਿਉਂਕਿ ਮੈਂ ਮਿਸ਼ਨ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਮੈਨੂੰ ਜਿੱਦਾਂ ਜਿੱਦਾਂ ਮੈਨੂੰ ਲੋਕ ਜਾਣਦੇ ਗਏ, ਬਾਬਾ ਸਾਹਿਬ ਕਰਕੇ ਇੰਡੀਆ ਤੋਂ ਜਾਣਦੇ ਸੀਗੇ, ਮਾਨਿਆਵਰ ਕਾਂਸ਼ੀ ਰਾਮ ਦੀ ਮੂਵਮੈਂਟ ਕਰਕੇ, ਬਹੁਤ ਸਾਰੀਆਂ ਕੰਟਰੀਆਂ 'ਚ ਜਿੱਥੇ ਜਿੱਥੇ ਲੋਕ ਕੰਮ ਕਰਦੇ ਹੈਗੇ ਆ, ਉਹਨਾਂ ਨੇ ਮੈਨੂੰ ਕਾਲ ਵੀ ਕੀਤਾ ਹੈਗਾ ਆ, ਮਤਲਬ ਗੱਲਬਾਤ ਕਰਨ ਵਾਸਤੇ, ਵੂਮਨ ਰਾਈਟਸ ਵਾਸਤੇ। ਵੂਮਨ ਰਾਈਟਸ ਮੋਸਟਲੀ ਮੈਨੂੰ ਬਾਬਾ ਸਾਹਿਬ ਦੀ ਵਾਈਫ ਨੂੰ ਪੜ੍ਹ ਕੇ ਮਤਲਬ ਬੜਾ ਪਤਾ ਲੱਗਿਆ ਕਿ ਉਹਨਾਂ ਨੇ ਕਿੰਨੀ ਸਟਰਗਲ ਕੀਤੀ ਬਾਬਾ ਸਾਹਿਬ ਨੂੰ ਪੜ੍ਹਾਉਣ ਵਾਸਤੇ, ਉਹਨਾਂ ਦੇ ਬੱਚੇ ਵੀ ਮਰ ਗਏ। ਇਸੇ ਤਰੀਕੇ ਨਾਲ ਮਹਾਤਮਾ ਜੋਤੀਰਾਓ ਫੂਲੇ ਬਹੁਤ ਵੱਡੇ ਸੋਸ਼ਲ ਰਿਫਾਰਮਰ ਹੋਏ ਹੈਗੇ ਆ, ਜਿਨ੍ਹਾਂ ਨੂੰ ਅਪਲਿਫਟ ਕੀਤਾ ਤਾਂ ਬ੍ਰਿਟਿਸ਼ ਗਵਰਨਮੈਂਟ ਦਾ ਉਦੋਂ ਰੂਲ ਸੀ ਇੰਡੀਆ, ਉਹ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਉਹਨਾਂ ਦੀ ਐਜੂਕੇਸ਼ਨ ਹੋਈ ਹੈਗੀ ਆ। ਤੇ ਉਹਨਾਂ ਨਾਲ ਵੀ ਉਹ ਬੈਕਵਰਡ ਕਲਾਸਿਸ ਨੂੰ ਬਿਲੋਂਗ ਕਰਦੇ ਸੀਗੇ, ਨਾਟ ਇਨ ਦਾ ਸ਼ਡਿਊਲਡ ਕਾਸਟ। ਤੇ ਉਹਨਾਂ ਨੇ ਬਹੁਤ ਕੰਮ ਕੀਤਾ ਸੋਸ਼ਲ ਰਿਫਾਰਮ ਤੇ। ਉਹਨਾਂ ਨੇ ਆਪਣੀ ਵਾਈਫ ਨੂੰ ਪੜ੍ਹਾਇਆ, ਜਿਨ੍ਹਾਂ ਦਾ ਨਾਂ ਸੀ ਸਵਿਤਰੀ ਬਾਈ ਫੂਲੇ, ਤੇ ਮਾਤਾ ਫਾਤਮਾ ਜੀ ਐਜ਼ ਅ ਮੁਸਲਿਮ ਲੇਡੀ ਸੀ। ਉਹਨਾਂ ਦੋਨਾਂ ਨੂੰ, ਔਰਤਾਂ ਨੂੰ ਪੜ੍ਹਾਉਣ ਦੇ ਬਾਵਜੂਦ ਉਹਨਾਂ ਨੇ ਫਿਰ ਸਕੂਲ ਖੋਲ੍ਹ ਕੇ ਦਿੱਤਾ। ਔਰ ਪਹਿਲੀ ਮੇਰੀਆਂ ਨਜ਼ਰਾਂ ਦੇ ਵਿੱਚ ਤਾਂ ਪਹਿਲੀ ਵੂਮਨ ਉਹ ਦੋਨੋਂ ਔਰਤਾਂ ਟੀਚਰ ਹੈਗੀਆਂ ਇੰਡੀਆ ਦੇ ਵਿੱਚ, ਸਵਿਤਰੀ ਬਾਈ ਫੂਲੇ ਮਾਤਾ ਤੇ ਮਾਤਾ ਫਾਤਮਾ ਜੀ, ਜਿਨ੍ਹਾਂ ਦਾ ਵੂਮਨ ਵਾਸਤੇ ਇੱਕ ਸਕੂਲ ਸੀ ਤੇ ਇੱਕ ਅਨਟੱਚੇਬਲ, ਜਿੱਦਾਂ ਜਿਹੜੀਆਂ ਹੈਗੀਆਂ ਆ ਦਲਿਤ, ਜਿਨ੍ਹਾਂ ਨੂੰ ਹੁਣ ਸ਼ਬਦ ਵਰਤਦੇ, ਮੈਂ ਨਹੀਂ ਵਰਤਦੀ ਦਲਿਤ ਸ਼ਬਦ, ਪਤਾ ਨਹੀਂ ਕਿੱਥੋਂ ਆਇਆ, ਕਿਹਨੇ ਲਿਆਂਦਾ, ਆਈ ਡੋਂਟ ਲਾਈਕ ਦੈਟ ਵਨ। ਕਿਉਂਕਿ ਅੰਬੇਡਕਰ ਨੇ ਰਾਈਟਿੰਗ 'ਚ ਲਿਖਿਆ ਹੈ ਕੌਨਸਟੀਟਿਊਸ਼ਨ ਦੇ, ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬਸ ਐਂਡ OBC, ਬੈਕਵਰਡ ਕਲਾਸਿਸ। ਸ਼ਡਿਊਲਡ ਕਾਸਟ ਮਤਲਬ ਬਹੁਤ ਸਾਰੀਆਂ ਜਾਤਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਅਨਟੱਚੇਬਲ ਕਿਹਾ ਗਿਆ। ਉਹਨਾਂ ਨੇ ਉਹਨੂੰ ਇੱਕ ਸੂਚੀ 'ਚ ਬੰਨ ਦਿੱਤਾ ਕਿ ਤੁਸੀਂ ਸਾਰੇ ਸੇਮ ਹੀ ਹੈਗੇ ਆ, ਜਿੱਦਾਂ ਇੱਕ ਗਲੋਬ ਹੁੰਦਾ, ਇੱਦਾਂ ਹੈਗੇ ਆ, ਤੁਸੀਂ ਕੋਈ ਵੱਖਰੇ ਨਹੀਂ ਹੈਗੇ। ਇੱਦਾਂ ਹੀ ਉਹਨਾਂ ਨੇ ਜਿਹੜੇ ਸ਼ਡਿਊਲਡ ਟਰਾਈਬ ਆ, ਜਿਹੜੇ ਟਰਾਈਬਸ ਏਰੀਆ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਨੂੰ ਟਰਾਈਬਸ ਦੇ ਵਿੱਚ ਬੰਨਿਆ ਕਿ ਤੁਸੀਂ ਕਿਸੇ ਵੀ ਇੰਡੀਆ ਦੇ ਕਿਸੇ ਵੀ ਪਾਰਟ 'ਚ ਰਹਿੰਦੇ ਆ, ਮਤਲਬ ਜੰਗਲਾਂ ਦੇ ਵਿੱਚ ਮੋਸਟਲੀ ਉਹ ਟਰਾਈਬਸ ਜਾਂ ਏਰੀਏ ਹੈਗੇ ਆ ਸਪੈਸ਼ਲ, ਵੀ ਤੁਸੀਂ ਇਹ ਟਰਾਈਬਸ ਹੈਗੇ ਆ। ਇੱਦਾਂ ਉਹਨੇ ਸਾਨੂੰ ਪੂਰਿਆਂ ਨੂੰ ਯੂਨਾਈਟਿਡ ਕਰ ਦਿੱਤਾ ਹੈਗਾ। ਸੋ ਇਸ ਕਰਕੇ ਇਹ ਜਿਹੜੇ ਨਵੇਂ ਨਵੇਂ ਵਰਡ ਸ਼ਬਦ ਆਏ ਹੈਗੇ ਆ ਇੰਡੀਆ ਦੇ ਵਿੱਚ ਵੀ, ਉਹ ਪੂਰੇ ਵਰਲਡ ਵਿੱਚ ਵੀ ਫੈਲ ਗਏ ਹੈਗੇ ਆ। ਇਹ ਵੀ ਮੈਂ ਦੇਖਿਆ ਕੋਈ ਕਿਸੇ ਨੂੰ ਅਪਲਿਫਟ ਕਰਨ ਦੀ ਗੱਲ ਨਹੀਂ ਕਰ ਰਹੇ, ਇਹ ਇਸ ਤਰੀਕੇ ਦੇ ਸ਼ਬਦ ਦਿੱਤੇ ਗਏ ਆ ਕਿ ਇਹ ਲੋਕ ਮਤਲਬ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ, ਇਹ ਅਨਪੜ੍ਹ ਜਿਹੇ, ਜਾਂ ਇਹ ਮਤਲਬ ਇਦਾਂ ਹੀ ਆ, ਜਿੱਦਾਂ ਨਾ ਇਸ ਤਰੀਕੇ ਦੇ ਬਣਾ ਦਿੱਤੇ ਗਏ ਹੈਗੇ ਆ। ਤੇ ਉਹ ਮੇਰੀ ਪਰਸਨਲ ਥਿੰਕਿੰਗ ਆ, ਮੈਂ ਉਹ ਲਾਈਕ ਨਹੀਂ ਕਰਦੀ ਗੱਲਾਂ ਕਿ ਉਹ ਸ਼ਬਦਾਂ ਨੂੰ ਯੂਜ਼ ਕੀਤਾ ਜਾਵੇ। ਜੋ ਰਿਐਲਿਟੀ ਦੇ ਵਿੱਚ ਆ ਉਹ ਹੀ ਯੂਜ਼ ਕਰਨੇ ਚਾਹੀਦੇ ਹੈਗੇ ਆ।
ਸੋ ਇਹ ਜਿਹੜੀ ਮੈਂ ਗੱਲ ਕਰਦੀ ਹਾਂ ਵੀ ਇਹ ਜਿਹੜੀ ਉਹ ਫੀਲਿੰਗਸ ਅੰਬੇਡਕਰ ਦੀ ਤੇ ਨਾਲ ਜਿਹੜੀ ਵੋਮਨ ਦੇ ਨਾਲ ਜਿਹੜੀ ਆ ਵੀ ਮਾਤਾ ਸਵਿਤਰੀ ਬਾਈ ਫੂਲੇ ਤੇ ਮਾਤਾ ਰਾਮਾ ਬਾਈ ਤੇ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਹਿਸਟਰੀ 'ਚ ਪਤਾ ਲੱਗੀਆਂ, ਜਿਹੜੀਆਂ ਕਦੀ ਵੀ ਮੈਡਮ ਮੈਨੂੰ ਪੜ੍ਹਦੇ ਸਮੇਂ ਕਿਤੇ ਉਹਨਾਂ ਦਾ ਨਾਮ ਨਹੀਂ ਮਿਲਿਆ। ਉਹ ਕਿਉਂ ਨਹੀਂ ਮਿਲਿਆ, ਉਹਦਾ ਰੀਜ਼ਨ ਕੀ ਹੈਗਾ ਆ? ਜਿੱਦਾਂ ਉਹਨਾਂ ਵਿੱਚ ਮਾਤਾ, ਇਹ ਤਾਂ ਚਲੋ ਮਾਤਾ ਰਾਮਾ ਬਾਈ ਤਾਂ ਆ ਗਿਆ ਕਿ ਡਾਕਟਰ ਅੰਬੇਡਕਰ ਸਾਹਿਬ ਦੀ ਉਹ ਪਤਨੀ ਸੀ। ਮਾਤਾ ਸਵਿਤਰੀ ਬਾਈ ਫੂਲੇ ਮਹਾਤਮਾ ਜੋਤੀ ਰਾਓ ਸੋਸ਼ਲ ਰਿਫਾਰਮਰ ਦੀ ਪਤਨੀ ਸੀ, ਟੀਚਰ ਵੀ ਸੀ ਉਹ, ਹਨਾ, ਉਹਨਾਂ ਨੇ ਸਟਰਗਲ ਕੀਤੀ ਆ, ਤਾਂ ਅਸੀਂ ਉਹਨਾਂ ਨੂੰ ਮੈਂ ਸਲੂਟ ਕਰਦੀ ਹਾਂ। ਪਰ ਜਿੱਦਾਂ ਝਲਕਾਰੀ ਬਾਈ ਸੀ, ਝਾਂਸੀ ਬਾਈ ਨੂੰ ਸਾਰੇ ਜਾਣਦੇ ਆ ਕਿਉਂਕਿ ਉਹ ਰਾਈਟਿੰਗ 'ਚ ਨਾ ਆ ਗਏ, ਤਾਂ ਜਿਨ੍ਹਾਂ ਨੇ ਉਹਨਾਂ ਨੇ ਕੰਮ ਕੀਤਾ ਅਸਲੀ, ਉਹਨਾਂ ਦਾ ਕਿਤੇ ਨਾ ਹੀ ਹੈ ਨਹੀਂ। ਉਹ ਜਿਹੜੇ ਨੇਮ ਹੈ, ਉਹ ਨੇਮ ਸਾਨੂੰ ਮਾਨਯਵਰ ਕਾਂਸ਼ੀ ਰਾਮ ਜੀ ਨੇ ਦੱਸੇ ਕਿ ਜਿਹੜੀ ਹਿਸਟਰੀ ਐਕਚੁਅਲੀ ਸਾਡੇ ਡਾਊਨ ਟ੍ਰੋਡਨ ਲੋਕਾਂ ਦੀ ਜਾਂ SC ST OBC ਲੋਕਾਂ ਦੇ ਲਈ ਸਟਰਗਲ ਜਿਨ੍ਹਾਂ ਨੇ ਕੀਤੀ ਹੈਗੀ ਆ, ਉਹ ਇਹ ਲੋਕ ਹੈ, ਇਹ ਔਰਤਾਂ ਆ, ਉਹ ਮਰਦ ਹੈਗੇ ਆ ਜਿਨ੍ਹਾਂ ਨੇ ਕੀਤਾ ਹੈਗਾ ਆ ਸਾਡੇ ਵਾਸਤੇ ਕੰਮ। ਜਿੱਦਾਂ ਬਾਬਾ ਸਾਹਿਬ ਨੂੰ ਪੜ੍ਹਾਉਣ ਵਾਸਤੇ ਗਾਇਕਵਾੜ ਜੀ, ਸ਼ਾਹੂ ਜੀ ਮਹਾਰਾਜ ਬੈਕਵਰਡ ਕਲਾਸ ਨੂੰ ਬਿਲੋਂਗ ਕਰਦੇ ਆ ਮਹਾਰਾਸ਼ਟਰ ਦੇ ਵਿੱਚ, ਉਦੋਂ ਉਹਨਾਂ ਦਾ ਉਹ ਰਾਜ ਸੀਗਾ। ਲੇਕਿਨ ਉਹ ਰਾਜ ਦੇਖਣਾ ਪੈਣਾ ਕਿ ਉਹ ਜਦੋਂ ਰੂਲਰ ਸੀ ਕਿਹਦੇ ਅੰਡਰ ਸੀ। ਉਹ ਰੂਲਰ ਬ੍ਰਿਟਿਸ਼ ਗਵਰਨਮੈਂਟ ਸੀ ਤਾਂ ਉਹਨਾਂ ਦੇ ਅੰਡਰ ਸੀ। ਬਾਕੀ ਤਾਂ ਸਾਨੂੰ ਕਹਿੰਦੇ ਤੁਹਾਡਾ ਉਸ ਸਮੇਂ 'ਚ ਉਹ ਕਹਿੰਦੇ ਸੀ ਕਿ ਜਿਹੜੇ ਇਹ ਅਨਟੱਚੇਬਲ ਲੋਕ ਹੈ, ਇਹ ਤਾਂ ਰਾਜ ਹੀ ਨਹੀਂ ਕਰ ਸਕਦੇ, ਇਹਨਾਂ ਦੀ ਤਾਂ ਡਿਊਟੀ ਆ ਬਸਤੀ ਤੋਂ ਬਾਹਰ ਰਹਿਣਾ। ਇਹ ਨਹੀਂ ਮਤਲਬ ਇਹ ਤਾਂ ਐਂਟਰ ਵੀ ਨਹੀਂ ਹੋ ਸਕਦੇ ਸਿਟੀ 'ਚ। ਅਗਰ ਇਹ ਸਾਰੀ ਚੇਂਜ ਆਈ ਆ ਤਾਂ ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਕਰਕੇ ਆਈ ਆ। ਸੋ ਇਸ ਕਰਕੇ ਸਾਡੇ ਲਈ, ਮੈਂ ਸਭ ਲਈ ਕਹਿੰਦੀ ਹਾਂ, ਲੇਕਿਨ ਵੂਮਨ ਤਾਂ ਜਿਹੜੀਆਂ ਔਰਤਾਂ ਉਹਨਾਂ ਤਾਂ ਸਾਰੀਆਂ ਵਾਸਤੇ ਆ, ਜਿੰਨਾ ਉਹਨੇ ਰਾਈਟਿੰਗ 'ਚ ਲਿਖਿਆ ਬਾਬਾ ਸਾਹਿਬ ਨੇ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਵੱਡਾ, ਮੈਂ ਕਈ ਵਾਰ ਅੱਗੇ ਵੀ ਕਿਹਾ ਹੈਗਾ ਆ, ਅੱਜ ਮੈਂ ਫੇਰ ਦੁਹਰਾ ਦਿੰਦੀ ਹਾਂ ਕਿ ਅਗਰ ਮੈਨੂੰ ਰੱਬ ਕਿਤੇ ਕੋਈ ਨਜ਼ਰ ਕਹਿੰਦੇ ਆ ਨਾ ਆਉਂਦਾ, ਰੱਬ, ਲੋਕ ਰੱਬ ਦੀ ਗੱਲ ਕਰਦੇ, ਗੋਡ ਹੈਗਾ ਆ, ਐਗਜ਼ਿਸਟ ਕਰਦਾ। ਮੈਂ ਬੇਸ਼ੱਕ ਮੰਨਾ ਜਾਂ ਨਾ ਮੰਨਾ ਕਿ ਗੋਡ ਹੈਗਾ ਜਾਂ ਹੈ ਨਹੀਂ, ਮੈਂ ਵੈਸੇ ਕਹਿੰਦੀ ਗੋਡ ਹੈ ਨਹੀਂ। ਮੈਂ ਕਹਿੰਦੀ ਹਾਂ ਮੈਂ ਗੋਡ ਨੇਚਰ ਨੂੰ ਮੰਨਦੀ ਹਾਂ। ਮੈਂ ਜਿਸ ਨੂੰ ਦੇਖਦੀ ਹਾਂ, ਜਿਸ ਨੂੰ ਮੇਰੀਆਂ ਅੱਖਾਂ ਦੇਖਦੀਆਂ, ਅੱਖਾਂ ਨੇਚਰ ਨੂੰ ਦੇਖਦੀਆਂ। ਉਹ ਟਰੀ ਆ ਬਾਹਰ, ਹਵਾ ਆ ਰਹੀ ਆ, ਮੈਨੂੰ ਲੱਗਦਾ ਮੇਰੇ 'ਚ ਵੀ ਹਵਾ, ਤਾਂ ਮੈਂ ਜੀਂਦੀ ਹਾਂ। ਪਾਣੀ ਆ ਧਰਤੀ ਦੇ ਵਿੱਚ ਹੀ ਆ, ਪਾਣੀ ਪੀਂਦੇ ਆ ਤਾਂ ਮੈਂ ਦੇਖਿਆ ਬੋਡੀ ਚੱਲਦੀ ਆ, ਪਾਣੀ ਨਹੀਂ ਹੋਣਾ ਤਾਂ ਕੁਝ ਵੀ ਨਹੀਂ ਹੋਣਾ। ਇਸੇ ਤਰੀਕੇ ਨਾਲ ਫਾਇਰ ਵੀ ਹੈਗੀ ਆ, ਅੱਗ ਸਰੀਰ ਦੇ ਵਿੱਚ ਹੈ ਤਾਂ ਇਹ ਸਰੀਰ ਚੱਲੇਗਾ। ਜਿੱਦਾਂ ਕਹਿ ਦਈਏ ਅੱਗ ਹੀ ਨਹੀਂ ਹੋਏਗੀ ਤੇ ਸਰੀਰ ਠੰਡਾ ਪੈ ਜਾਏਗਾ, ਇਟ ਮੀਨਸ ਨਥਿੰਗ ਇਨਸਾਈਡ, ਹੈ ਨਾ। ਤਾਂ ਇਸੇ ਤਰੀਕੇ ਨਾਲ ਮਿੱਟੀ ਵੀ ਆ, ਮਿੱਟੀ ਦੇ ਵਿੱਚੋਂ ਚੀਜ਼ਾਂ ਗਰੋ ਹੁੰਦੀਆਂ, ਅਸੀਂ ਖਾਂਦੇ ਆ ਤੇ ਅਸੀਂ ਜੀਂਦੇ ਆ। ਤੇ ਸੇਮ ਇਜ਼ ਬਾਡੀ ਵੀ ਮਿੱਟੀ ਹੈਗੀ ਆ। ਮਿੱਟੀ, ਪਾਣੀ, ਹਵਾ, ਅੱਗ, ਇਹ ਮੈਨੂੰ 4 ਚੀਜ਼ਾਂ ਦਾ ਸੁਮੇਲ ਹੀ ਲੱਗਦਾ। ਤੇ ਇਹ ਜਿਹੜੀ ਅੱਜ ਜੋ ਅਸੀਂ ਬੋਲਦੇ ਹੈਗੇ ਆ, ਇਹ ਏਅਰ ਹੈਗੀ ਆ। ਤਾਂ ਇਹ ਏਅਰ, ਇਹ ਆ ਹਵਾ ਹੈਗੀ ਆ, ਤਾਂ ਮੈਂ ਇਹਨੂੰ ਊਰਜਾ ਮੰਨਦੀ ਹਾਂ, ਆਪਣੀ એનર્ਜੀ ਮੰਨਦੀ ਹਾਂ। ਸੋ ਇਹ એનર્ਜੀ ਬਾਡੀ ਵਿੱਚ ਹੈ ਤੇ ਬਾਡੀ ਚੱਲਦੀ। ਜਿੱਦਣ ਇਹ એનર્ਜੀ ਹਵਾ ਚੱਲ ਗਈ, ਮਿੱਟੀ, ਪਾਣੀ, ਅੱਗ ਜਿਹੜੀ ਉਹ ਬੈਟਰੀ ਖਤਮ ਹੋ ਜਾਂਦੀ ਹੈ। ਫਿਰ ਤੁਸੀਂ ਬਾਡੀ ਨੂੰ ਅੱਗ ਲਾ ਦਿਓ, ਚਾਹੇ ਤੁਸੀਂ ਇਹਨੂੰ ਮਿੱਟੀ 'ਚ ਦੱਬ ਦਿਓ, ਕੋਈ ਫਰਕ ਨਹੀਂ ਪੈਂਦਾ। ਪਰ ਅਸੀਂ ਲੋਕਾਂ ਨੇ ਧਰਤੀ ਤੇ ਆ ਕੇ, ਹਿਊਮਨ ਬੀਇੰਗ ਨੇ, ਅਸੀਂ ਕੁਛ ਰਿਲੀਜਨ ਬਣਾ ਲਏ ਆਪੇ ਅਸੀਂ ਰਿਲੀਜਨ ਬਣਾਏ। ਸਾਡੇ ਮਹਾਂਪੁਰਖੇ ਬਹੁਤ ਸਾਰੇ ਇੰਡੀਆ 'ਚ, ਜੀਸਸ ਵੀ ਸਾਡਾ ਮਹਾਂਪੁਰਖ ਆਈ ਆ। ਉਹ ਪੈਦਾ ਹੋਏ, ਉਹਨਾਂ ਨੇ ਲੋਕਾਂ ਨੂੰ ਇੱਕ ਅੱਛੀ ਜ਼ਿੰਦਗੀ ਜੀਉਣ ਵਾਸਤੇ ਦੱਸਿਆ ਕਿ ਤੁਸੀਂ ਹਾਊ ਕੈਨ ਯੂ ਲਿਵ ਯੂਅਰ ਲਾਈਫ, ਰਾਈਟ। ਜਿੱਦਾਂ ਆਪਾਂ ਕਹਿੰਦੇ ਆਰਟ ਆਫ ਲਿਵਿੰਗ, ਕਿ ਸਾਰੇ ਮਤਲਬ ਅਸੀਂ ਕਿੱਦਾਂ ਰਹਿ ਸਕਦੇ ਹੈਗੇ। ਕਲਾ ਹੀ ਆ, ਜਿਉਣ ਦੀ ਕਲਾ ਹੈਗੀ ਆ, ਆਰਟ ਆਫ ਲਿਵਿੰਗ ਜੋ ਹੈਗਾ ਆ। ਤੇ ਬੁੱਧ ਕਹਿੰਦੇ ਹੈਗੇ ਆ ਕਿ ਜੀਓ ਔਰ ਜੀਨੇ ਦੋ, ਲਿਵ ਐਂਡ ਲੈਟ ਲਿਵ। ਇਹ ਜਿਹੜੇ ਸਲੋਗਨ ਹੈ ਜਦੋਂ ਮੈਂ ਦੇਖਦੀ ਹਾਂ ਤਾਂ ਬਹੁਤ ਸੌਖੇ ਜਿਹੇ, ਆਸਾਨ ਹੈ, ਇਹਦੇ 'ਚ ਕੋਈ ਜਾਤ ਪਾਤ ਨਹੀਂ ਆਉਂਦੀ ਹੈਗੀ। ਅੰਬੇਡਕਰ ਨੂੰ ਚੰਗੇ ਤਰੀਕੇ ਨਾਲ ਮੰਨਣ ਦੇ ਲਈ ਅਗਰ ਮੈਂ ਉਹਨਾਂ ਦੀ ਅਨੁਜਾਈ ਆ, ਤਾਂ ਮੈਂ ਉਹਨਾਂ ਵਿੱਚੋਂ ਇਹ ਵੀ ਗੱਲ ਲੱਗੀ ਕਿ ਉਹ ਅਗਰ ਮੇਰੇ ਟੀਚਰ ਹੈ, ਅਗਰ ਮੈਂ ਉਹਨੂੰ ਗੁਰੂ ਮੰਨਦੀ ਆ, ਤਾਂ ਉਹਨਾਂ ਨੇ ਜਿਹੜੀ ਮੈਨੂੰ ਗੱਲ ਕਹੀ ਆ ਫਿਰ ਮੈਨੂੰ ਪ੍ਰੋਪਰ ਫੋਲੋ ਕਰਨੀ ਚਾਹੀਦੀ ਹੈ। ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿੱਚ ਟੀਚਰ ਜੋ ਸਟੂਡੈਂਟ ਨੂੰ ਦੱਸਦਾ, ਸਟੂਡੈਂਟ ਪ੍ਰੋਪਰ ਫੋਲੋ ਕਰਦਾ ਤੇ ਉਹ ਸਟੂਡੈਂਟ ਬ੍ਰਿਲੀਅੰਟ ਬਣ ਜਾਂਦਾ, ਡਿਗਰੀ ਹੋਲਡਰ ਬਣਦਾ। ਅਗਰ ਸਟੂਡੈਂਟ ਟੀਚਰ ਨੂੰ ਸੁਣੇ ਹੀ ਨਾ, ਆਪਣੀ ਮਰਜ਼ੀ ਕਰੇ ਜਾਂ ਉੱਥੇ ਨੋਟ ਕੁਝ ਹੋਰ ਲਿਖ ਕੇ ਆਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਯੂਨੀਵਰਸਿਟੀ ਦੀ ਡਿਗਰੀ ਲੈ ਸਕਦਾ। ਉਹ ਵੀ ਆਪਣੀ ਕੋਈ ਲਏਗਾ ਡਿਗਰੀ, ਹੈ ਨਾ। ਸੋ ਇਸੇ ਤਰੀਕੇ ਨਾਲ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਦੋਂ ਦੇਖਦੀ ਹਾਂ ਕਿ ਬਾਬਾ ਸਾਹਿਬ ਨੇ ਮਤਲਬ ਰਿਲੀਜਨਾਂ ਦਾ ਕੰਪੇਅਰ ਵੀ ਕੀਤਾ, ਉਹਨਾਂ ਨੇ ਕੰਪੈਰੀਜ਼ਨ ਕੀਤਾ ਕਿ ਹਿਊਮਨ ਬੀਇੰਗਸ ਵਾਸਤੇ ਕਿਹੜਾ ਰਿਲੀਜਨ ਜਿਹੜਾ ਹੈਗਾ ਆ। ਇਹ ਨਹੀਂ ਉਹਨੇ ਕਿਹਾ ਕੋਈ ਮੰਨੋ ਨਾ, ਉਹ ਕਹਿੰਦੀ ਮੈਂ ਇਹ ਨੋਟ ਕੀਤਾ ਕਿ ਕਿਹੜਾ ਰਿਲੀਜਨ ਹੈਗਾ ਜਿਹੜਾ ਘੱਟੋ ਘੱਟ ਇਨਸਾਨ ਨੂੰ ਇਨਸਾਨ ਬਣਾ ਸਕੇ। ਤਾਂ ਉਹਨਾਂ ਨੂੰ ਬੁੱਧਿਜ਼ਮ ਲੱਭਿਆ ਕਿ ਬੁੱਧਿਜ਼ਮ ਜਿਹੜਾ ਹੈਗਾ ਆ, ਇਹਦੇ ਵਿੱਚ ਕੋਈ ਪਾਵਰ, ਗੋਡ, ਇਦਾਂ ਦੀ ਗੱਲ ਸ਼ੋ ਨਹੀਂ ਹੁੰਦੀ।
ਇਹ ਸਾਇੰਸ ਨਾਲ ਰਿਲੇਟਡ ਹੈਗੀ ਆ ਗੱਲ, ਕਿ ਸਾਇੰਸ ਜਿਹੜੀ ਹੈਗੀ ਆ, ਵਿਗਿਆਨ ਜੋ ਹੈ, ਵਿਗਿਆਨ ਨਾਲ, ਇਸ ਕਰਕੇ ਉਹਨਾਂ ਨੇ ਮੈਨੂੰ ਇਹ ਵੀ ਫਿਰ ਲੱਗਿਆ ਕਿ ਨਹੀਂ, ਇਹ ਫੋਲੋ ਕਰਨਾ ਚਾਹੀਦਾ। ਤੋ ਇਸ ਕਰਕੇ ਮੈਂ ਫਿਰ ਬੁੱਧਿਜ਼ਮ, ਬਾਬਾ ਸਾਹਿਬ ਨੂੰ ਆਪਣਾ ਗੁਰੂ ਮੰਨਦਿਆਂ ਹੋਇਆ, ਉਹਨਾਂ ਨੇ ਜਿਹੜਾ ਮੈਨੂੰ ਇੱਕ ਮਤਲਬ ਇਹ ਰਿਲੀਜਨ ਨਾਲ ਜੋੜਿਆ। ਇਹ ਰਿਲੀਜਨ ਨਹੀਂ ਵੈਸੇ ਹੈਗਾ, ਅਸੀਂ ਬਣਾ ਦਿੱਤਾ। ਇਹਦਾ ਨਾਮ ਹੈਗਾ ਧੰਮ। ਇਹ ਵੀਲ ਹੈ ਇੱਕ ਤਰ੍ਹਾਂ ਦਾ, ਜਿੱਦਾਂ ਮੇਰੇ ਕੋਲ ਪਿਆ ਹੈਗਾ ਆ ਇੱਥੇ ਬੁੱਧਿਸਟ ਸੁਸਾਇਟੀ, ਜਿਹੜੀ ਮੇਨ ਆਪਣੇ BC ਬੁੱਧਿਸਟ ਫੈਸਟੀਵਲ ਹੁੰਦਾ, ਜਿਹੜੇ ਹੈੱਡ ਮੌਂਕ ਹੈ ਉਹਨਾਂ ਨੇ ਦਿੱਤਾ ਸੀਗਾ ਐਜ਼ ਆ ਸਾਡੀ ਸੁਸਾਇਟੀ ਨੂੰ। ਤੇ ਅਜੇ ਵੀ ਧੰਮ ਚੱਕਰ ਇੱਥੇ ਪਿਆ ਹੈਗਾ ਆ, ਕਿ ਜਿਹੜਾ ਬੁੱਧ ਦਾ ਧੰਮ ਚੱਕਰ ਹੈ, ਵੀ ਇਹ ਧੰਮ ਜਿਹੜਾ ਆਪਣੇ ਆਪ ਨੂੰ, ਪਹਿਲੀ ਗੱਲ ਤਾਂ ਇਨਸਾਨ ਹਿਊਮਨ ਬੀਇੰਗ ਇੱਕ ਪਿਓਰ ਬਣਾਉਣਾ, ਹਿਊਮਨ ਬੀਇੰਗ ਹੀ ਰਹੀਏ ਅਸੀਂ, ਇਹੀ ਬਹੁਤ ਵੱਡੀ ਗੱਲ ਹੈ। ਆਪਣੀ ਖੁਦ ਖੋਜ ਕਰਨੀ, ਆਪੋ ਦੀਪਾ ਭਵਾ, ਆਪਣੇ ਆਪ ਦਾ ਰੀਅਲਾਈਜੇਸ਼ਨ ਕਰਨੀ, ਨਾ ਕਿ ਕਿਸੇ ਨੂੰ ਕੁਝ ਕਹਿਣਾ। ਤਾਂ ਉੱਥੋਂ ਫਿਰ ਲੱਗਿਆ ਕਿ ਕੋਈ ਕਾਸਟਿਜ਼ਮ ਹੈ ਹੀ ਨਹੀਂ, ਕੋਈ ਊਚ ਨੀਚ ਹੈ ਹੀ ਨਹੀਂ, ਕੋਈ ਵੱਡਾ ਛੋਟਾ ਹੈ ਹੀ ਨਹੀਂ। ਤੇ ਜਦੋਂ ਮੈਂ ਬੁੱਧਿਜ਼ਮ ਦੇ ਵਿੱਚ ਮਤਲਬ ਲੀਨ ਹੁੰਦਿਆਂ, ਜਾਂ ਇਹਦੀ ਹੋਰ ਸਭ ਬਹੁਤ ਕੁਝ ਛੱਡ ਕੇ ਮੈਂ ਇਹਦੀ ਰਿਸਰਚ ਤੇ ਹੋਈ ਹੈਗੀ ਆ, ਵਿਪਸ਼ਨਾ ਵੀ ਲਰਨ ਕੀਤੀ ਮੈਂ। 10 ਦਿਨ ਦਾ ਕੈਂਪ ਕਈ ਵਾਰੀ ਕੀਤਾ, ਜਿੱਦਾਂ ਪਹਿਲਾਂ ਸਟਾਰਟਿੰਗ 10 ਦਿਨ ਦਾ ਹੀ ਕਰਨਾ ਪੈਂਦਾ ਹੈਗਾ, ਉਹਦੇ ਚੋਂ ਵੀ ਕਾਫੀ ਕੁਝ ਆਪਣੀ ਖੋਜ ਕਰਨ ਨੇ ਨੂੰ ਮਿਲਿਆ। ਸਿੱਖੀਜ਼ਮ ਦੇ ਵਿੱਚ ਜਾਤ ਹੈ ਨਹੀਂ, ਮੈਂ ਪ੍ਰੂਫ ਕਰਦੀ ਹਾਂ ਇਹਨੂੰ, ਵਿੱਚ ਸਿੱਖੀਜ਼ਮ 'ਚ ਜਾਤ ਨਹੀਂ ਹੈਗੀ। ਪਰ ਇਸੇ ਕਰਕੇ ਸਿੱਖੀਜ਼ਮ ਜਿਹੜਾ ਹੈਗਾ ਆ, ਉਹ ਜਾਤ ਨੂੰ ਲੈ ਕੇ ਬੈਠਾ, ਤੇ ਸਿੱਖੀਜ਼ਮ ਬਾਕੀ ਧਰਮਾਂ ਦੀ ਤਰ੍ਹਾਂ ਹੀ ਹੋ ਗਿਆ, ਜਦ ਜਾਤ ਹੀ ਵਿੱਚ ਲੈ ਕੇ ਆਉਣੀ ਆ। ਤੇ ਜਦ ਕਿ ਸਿੱਖੀਜ਼ਮ ਜਾਤ ਨੂੰ, ਜਿੱਦਾਂ ਕਹਿੰਦੇ ਹੁੰਦੇ ਆ, ਕੰਡੈਮ ਕਰਦਾ, ਕਿ ਇਹਦੇ 'ਚ ਜਾਤ ਨਾਮ ਦਾ ਕੋਈ ਮਤਲਬ ਨਹੀਂ। ਇਹ ਧਰਮ ਇਸੇ ਕਰਕੇ ਦੁਨੀਆ ਨਾਲੋਂ ਵੱਖਰਾ ਸੀ। ਇਹ ਭਾਰਤ ਦੇ ਵਿੱਚ ਹੀ ਪੈਦਾ ਹੋਇਆ, ਵੀ ਭਾਰਤੀ ਦਾ ਧਰਮ ਕਰਕੇ ਅਸੀਂ ਇਹਦੇ 'ਚ ਨਹੀਂ ਇਹ ਚੀਜ਼ਾਂ ਲਿਆਉਣੀਆਂ, ਸਾਨੂੰ ਨਹੀਂ ਕੋਈ ਫਰਕ ਹੈਗਾ, ਅਸੀਂ ਗੁਰੂ ਦੇ ਸਿੱਖ ਹਾਂ। ਪਰ ਗੁਰੂ ਦੇ ਸਿੱਖ ਜਾਤ ਪਹਿਲਾਂ ਦੇਖ ਰਹੇ ਆ ਅੱਜ ਦੇ ਜ਼ਮਾਨੇ 'ਚ। ਗੁਰੂ ਸਾਹਿਬ ਨੇ ਨਹੀਂ ਦੇਖਿਆ। ਗੁਰੂ ਸਾਹਿਬ ਤਾਂ ਇਕੁਐਲਿਟੀ, ਬਹੁਤ ਕੁਝ ਉਹਨਾਂ ਦੀ ਤਾਂ ਕੋਈ ਦੇਣ ਨਹੀਂ ਦੇ ਸਕਦਾ ਜਿੰਨਾ ਉਹਨੇ ਕੰਮ ਕੀਤਾ, ਪਰ ਗੁਰੂ ਸਾਹਿਬ ਦੀ ਗੱਲ ਨੂੰ ਹੀ ਨਹੀਂ ਮੰਨਿਆ। ਮੈਂ ਤਦੇ ਮੈਂ ਕਿਹਾ ਵੀ ਮੈਂ ਰਾਸਤਾ ਹੀ ਛੱਡ ਦਿੱਤਾ। ਉਹ ਮੈਂ ਆਪਣਾ ਗੁਰੂ ਮੰਨਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ, ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਗੁਰੂ ਮੰਨਿਆ ਮੈਂ, ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਜੀ ਕਰਕੇ। ਸਾਹਿਬ ਕਾਂਸ਼ੀ ਰਾਮ ਜੀ ਨੇ ਮੈਨੂੰ ਮਤਲਬ ਬਾਬਾ ਸਾਹਿਬ ਦਾ ਰਾਸਤਾ ਦਿਖਾਇਆ, ਤਾਂ ਮੈਂ ਮਾਨਿਆਵਰ ਕਾਂਸ਼ੀ ਰਾਮ ਨੂੰ ਆਪਣਾ ਗੁਰੂ ਮੰਨਦੀ ਹਾਂ। ਔਰ ਮਾਨਿਆਵਰ ਕਾਂਸ਼ੀ ਰਾਮ ਦੀ ਵਜ੍ਹਾ ਕਰਕੇ ਅੰਬੇਡਕਰ ਜੀ ਨੇ ਮੈਨੂੰ ਬੁੱਧ ਦਾ ਰਾਸਤਾ ਦਿਖਾਇਆ। ਬੁੱਧਾ ਧੰਮਾਂ ਨੂੰ ਗ੍ਰਹਿਣ ਕਰਨਾ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਆ। ਲੇਕਿਨ ਅੰਬੇਡਕਰ ਤੋਂ ਲੈ ਕੇ ਬੁੱਧਿਜ਼ਮ ਤੱਕ, ਅੰਬੇਡਕਰ ਆ, ਇਹ ਬੁੱਧਿਜ਼ਮ ਆ। ਸਾਹਿਬ ਕਾਂਸ਼ੀ ਰਾਮ ਨੂੰ ਮੈਂ ਛੱਡ ਦਿੰਨੀ, ਕਿਉਂਕਿ ਇੱਕ ਪੋਲੀਟੀਕਲ ਪਾਰਟੀ ਉਹਨਾਂ ਨੇ ਦਿੱਤੀ ਹੈਗੀ ਆ, ਉਹਦੇ ਤੇ ਕੰਮ ਦੁਨੀਆ ਕਰ ਰਹੀ ਹੈ। ਮੈਂ ਉਹਨਾਂ ਨੂੰ ਸੋਸ਼ਲ ਤੱਕ ਆਪਣਾ ਕਾਫੀ ਵੱਡਾ ਇਮੇਜ ਮਤਲਬ ਸਮਝਦੀ ਹੈਗੀ ਆ ਆਪਣਾ। ਅੰਬੇਡਕਰ ਤੋਂ ਲੈ ਕੇ ਅਗਰ ਬੁੱਧ ਤੱਕ ਮੈਂ ਜਾਣੀ ਆ, ਉਹਦੇ ਵਿੱਚ ਇਹ ਜਿਹੜੇ ਹੈਗੇ ਆ, ਜਿੱਦਾਂ ਸਿੱਖ ਗੁਰੂ ਅਸੀਂ ਕਹਿ ਦਿੰਦੇ ਆ, ਬਾਬਾ ਨਾਨਕ ਸਿੱਖ ਗੁਰੂ ਨਹੀਂ ਸੀਗਾ। ਸਿੱਖ ਦੀ ਉਪਾਧੀ ਜਿਹੜੀ ਹੈਗੀ ਆ, ਦਸਮ ਪਿਤਾ ਗੁਰੂ, 10ਵੇਂ ਗੁਰੂ ਹੈਗੇ ਆ, ਮੈਂ ਉਹਨਾਂ ਨੂੰ ਦਸਮ ਪਿਤਾ ਕਹਿੰਦੀ ਜ਼ਿਆਦਾਤਰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਹ ਉਪਾਧੀ ਉਹਨਾਂ ਨੇ ਦਿੱਤੀ ਹੈ, ਪਹਿਲਾਂ ਨਹੀਂ ਸੀਗੀ। 9ਵੀਂ ਪਾਤਸ਼ਾਹੀ ਤੱਕ ਕੋਈ ਸਿੱਖ ਉਪਾਧੀ ਨਹੀਂ ਮਿਲੀ ਹੈਗੀ ਧੰਮ ਦੀ। ਧਰਮ ਦੀ ਉਪਾਧੀ ਦਿੱਤੀ ਗਈ ਆ, ਤੇ ਦਸਮ ਪਿਤਾ ਨੇ ਦਿੱਤੀ ਹੈਗੀ ਆ। ਸੋ ਦਸਮ ਪਿਤਾ ਨੂੰ ਮੈਂ ਬਹੁਤ ਵੱਡਾ ਇੱਕ ਯੋਧਾ ਮੰਨਦੀ ਹੈਗੀ ਆ। ਉਹ ਵਾਕਈ ਯੋਧੇ ਸੀਗੇ। ਉਹ ਮੈਂ ਪਹਿਲਿਆਂ ਲਫ਼ਜ਼ਾਂ 'ਚ ਵੀ ਇਹ ਗੱਲ ਕਹੀ ਆ, ਇਹ ਕੋਈ ਝੂਠ ਨਹੀਂ, ਮੈਂ ਅੱਜ ਵੀ ਕਹਿੰਦੀ ਆ। ਮੈਂ ਪਹਿਲਾਂ ਵੀ ਦਸਮ ਪਿਤਾ ਨੂੰ ਬਹੁਤ ਵੱਡਾ ਇੱਕ ਯੋਧਾ ਮੰਨਿਆ ਹੈਗਾ, ਮੈਂ ਅੱਜ ਵੀ ਮੰਨਦੀ ਆ ਕਿ ਉਹਨਾਂ ਜਿਹੜਾ ਯੋਧਾ ਵੀ ਕੋਈ ਹੈ ਨਹੀਂ। ਉਹਨਾਂ ਦੇ ਬੱਚੇ, ਉਹਨਾਂ ਨੇ ਵੀ, ਜਿੱਦਾਂ ਬਾਬਾ ਸਾਹਿਬ ਦੇ ਇੱਕ ਮਤਲਬ ਆਮ ਇਨਸਾਨ ਦੇ ਦਵਾਈ ਦੁੱਖੋਂ ਹੀ ਬੱਚੇ ਮਰ ਗਏ ਗਰੀਬੀ ਕਰਕੇ, ਔਰ ਦਸਮ ਪਿਤਾ ਦੇ ਨਾਲ ਮਤਲਬ ਉਸ ਸਮੇਂ 'ਚ ਇੰਨਾ ਅਤਿਆਚਾਰ ਹੋਇਆ ਹੈਗਾ ਆ ਕਿ ਉਹਨਾਂ ਦੇ ਬੇਟੇ, ਛੋਟੇ ਛੋਟੇ ਬੱਚੇ, ਸਾਡੇ ਸਾਹਿਬਜ਼ਾਦੇ ਅਸੀਂ ਨਾਮ ਦਿੰਦੇ ਆ, 2 ਛੋਟੇ ਛੋਟੇ ਲੜਾਈ 'ਚ ਮਾਰ ਦਿੱਤੇ ਗਏ। ਔਰ ਜੋ ਜਿੰਦੇ ਹੀ ਇਹ ਸਾਡੇ ਆ, ਉਹ ਅੰਦਰ ਸਾਡਾ ਉਹ ਭਰਿਆ, ਤਾਂ ਉਹ ਕਿਸੇ ਇੱਕ ਬੰਦਾ ਕਵੇ ਮੇਰੇ ਜ਼ਿਆਦਾ ਗੁਰੂ ਆ, ਮੈਨੂੰ ਦੁੱਖ ਆ, ਨਹੀਂ, ਸਾਨੂੰ ਕੋਈ ਪੁੱਛ ਕੇ ਦੇਖੇ, ਦੁੱਖ ਓਨਾ ਹੀ ਆ, ਕਿਉਂਕਿ ਉਹਨਾਂ ਨਾਲ ਵੀ ਅਤਿਆਚਾਰ ਹੋਇਆ। ਇਸ ਕਰਕੇ ਉਹ ਜਿਹੜੀ ਵਿਚਾਰਧਾਰਾ ਸੀ ਇੱਕ, ਉਸ ਵਿਚਾਰਧਾਰਾ ਨੂੰ ਦਸਮ ਪਿਤਾ ਨੇ ਮਤਲਬ ਅਸਲੀ ਜਾਮਾ ਵੀ, ਯਾਰ ਇਹ ਛੱਡਣੀ ਪੈਣੀ ਸਾਨੂੰ ਗੱਲ, ਆਪਾਂ ਸਾਰੇ ਇਕੱਠੇ ਹੋ ਕੇ ਪਹਿਲੀ ਗੱਲ ਤਾਂ ਖਾਲਸਾ ਪੰਥ ਰਚਣਾ। ਖਾਲਸਾ ਪੰਥ ਕੋਈ ਸਪੈਸ਼ਲ ਕਿਸੇ ਕੰਟਰੀ ਦਾ ਨਾਂ ਨਹੀਂ ਹੈਗਾ। ਖਾਲਸਾ ਪੰਥ ਨਹੀਂ, ਪੂਰਾ ਭਾਰਤ ਦੇਸ਼ ਜਿੱਡਾ ਵੀ ਸੀਗਾ, ਉਹ ਸਾਰੇ ਦੀ ਗੱਲ ਕੀਤੀ ਸੀਗੀ ਕਿ ਇੱਥੇ ਪੂਰਾ ਖਾਲਸ ਲੋਕ ਹੋਣੇ ਚਾਹੀਦੇ, ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ। ਖਤਮ ਜਾਤ ਪਾਤ, ਮੈਨੂੰ ਤਬਾਹ ਕਰ ਦੋ। ਮੰਨੀ ਨਹੀਂ ਕਿਸੇ ਨੇ ਗੱਲ ਅੱਜ ਤੱਕ ਵੀ। ਬਾਬਾ ਸਾਹਿਬ ਤੋਂ ਲੈ ਕੇ ਬੁੱਧਾ ਤੱਕ ਥੱਲੇ ਨੂੰ ਜਾਂਦੇ ਆ, ਤਾਂ ਇਹ ਸੰਤ ਮਹਾਂਪੁਰਸ਼ ਹੀ ਆਉਂਦੇ ਆ। ਦਸਮ ਪਿਤਾ, ਇਹ ਜਿਹੜੇ ਮਤਲਬ 10 ਗੁਰੂ ਹੈਗੇ ਆ, ਇਹ ਵੀ। ਫਿਰ ਬਾਬੇ ਨਾਨਕ ਦੇ ਸਮੇਂ ਮੁਤਾਬਕ
ਲੇਕਿਨ ਬਾਬਾ ਨਾਨਕ ਜੀ ਤੋਂ ਪਹਿਲਾਂ ਪੈਦਾ ਹੋਏ ਆ ਉਹ ਬਾਏ ਬਰਥ। ਉਦਾਂ ਬਾਬਾ ਨਾਨਕ ਜੀ ਦਾ ਵੀ ਸਮਾਂ ਉਹੀ ਸੀਗਾ ਜਿੱਦਾਂ ਨਾ ਉਹ ਬਾਅਦ ਵਿੱਚ ਪੈਦਾ ਕਿ ਬਾਬਾ ਨਾਨਕ ਦੁਨੀਆ ਦਾ ਨਾਨਕ ਅਸੀਂ ਬਾਬਾ ਕਿਉਂ ਕਹਿੰਦੇ, ਅਸੀਂ ਬਾਬਾ ਹੀ ਕਹਿੰਦੇ ਸੀ ਨਾ, ਉਹ ਸਾਰਿਆਂ ਦਾ ਹੀ ਬਾਬਾ, ਕਿਉਂਕਿ ਉਹਨਾਂ ਨੇ ਬਹੁਤ ਇਕੁਐਲਿਟੀ ਦੀ ਗੱਲ ਕੀਤੀ ਹੈਗੀ, ਇਨਸਾਫ ਦੀ ਗੱਲ ਕੀਤੀ ਹੈ, ਇਨਸਾਨ ਨੂੰ ਇਨਸਾਨ ਕਿੱਦਾਂ ਬਣਾਇਆ ਜਾਂਦਾ, ਉਹ ਉਹਨਾਂ ਨੇ ਗੱਲ ਕੀਤੀ ਹੈਗੀ, ਉਹ ਵਿਚਾਰਧਾਰਾ ਸੀ ਉਹਨਾਂ ਦੀ। ਔਰ ਉਹ ਸਾਰੇ ਇਸ ਵਿਚਾਰਧਾਰਾ ਵਾਲੇ ਲੋਕਾਂ ਨਾਲ ਹੀ ਉਹਨਾਂ ਨੇ ਗੱਲਾਂ ਬਾਤਾਂ ਵੀ ਨਹੀਂ ਕੀਤੀਆਂ। ਉਹਦੇ ਵਿੱਚ ਮਤਲਬ ਗੁਰੂ ਰਵਿਦਾਸ ਵੀ ਬਨਾਰਸ ਪੈਦਾ ਹੋਏ ਜਿਹੜੇ ਕਾਂਸ਼ੀ ਦੇ ਵਿੱਚ, ਉਹ ਵੀ ਉਸ ਸਮੇਂ ਦੇ ਹੈਗੇ ਆ, ਸਮਕਾਲੀ ਕਹਿ ਦੇਈਦਾ। ਇਦਾਂ ਹੀ ਸੰਤ ਗੁਰੂ ਕਬੀਰ ਸਾਹਿਬ ਵੀ ਉਸ ਸਮੇਂ ਪੈਦਾ ਹੋਏ ਹੈਗੇ ਆ। ਲੇਕਿਨ ਉਹਨਾਂ ਤੋਂ ਪਹਿਲਾਂ ਪੈਦਾ ਜਿਹੜਾ ਹੋਇਆ ਹੈਗਾ ਉਹ ਹੈਗੇ ਬਾਬਾ ਨਾਮਦੇਵ। ਗੁਰੂ ਨਾਮਦੇਵ ਵੀ ਆਪਾਂ ਗੁਰੂ ਕਹਿ ਦਈਏ, ਸਾਡੇ ਗੁਰੂ ਹੀ ਆ ਸਾਰੇ, ਹੈ ਨਾ, ਕਿ ਸਾਨੂੰ ਅੱਛੀ ਸਿੱਖਿਆ ਦਿੱਤੀ ਆ, ਸਾਡੇ ਵਾਸਤੇ ਲੜਾਈ ਕੀਤੀ ਆ। ਇਹ ਜਿੰਨੇ ਵੀ ਗੁਰੂ ਹੈਗੇ ਆ, ਬਾਬਾ ਨਾਮਦੇਵ, ਸ਼੍ਰੀ ਗੁਰੂ ਰਵਿਦਾਸ, ਸ਼੍ਰੀ ਗੁਰੂ ਕਬੀਰ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੜੀ ਚੱਲਦੀ ਅੰਗਦ ਦੇਵ ਜੀ, ਗੁਰੂ ਹਰ ਸਾਏ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਜਿੰਨੇ ਵੀ ਹੈਗੇ ਆ, ਹਨਾ, ਇਸ ਅਮਰਦਾਸ ਜੀ, ਇਹ ਸਾਰੇ ਦੇ ਸਾਰੇ, ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਕੰਪਾਈਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ, ਇਹ ਸਾਰੇ ਦੇ ਸਾਰੇ ਸੰਤ ਮਹਾਪੁਰਸ਼। ਫਿਰ ਮਹਾਤਮਾ ਜੋਤੀਰਾਓ ਫੂਲੇ ਜੀ, ਫਿਰ ਪੇਰੀਆਰ ਰਾਮਾ ਸਵਾਮੀ, ਫਿਰ ਮਤਲਬ ਮਾਤਾ ਸਵਿਤਰੀ ਬਾਈ ਫੂਲੇ, ਝਲਕਾਰੀ ਬਾਈ ਐਂਡ ਡਾਕਟਰ ਅੰਬੇਡਕਰ। ਡਾਕਟਰ ਅੰਬੇਡਕਰ ਥੱਲਿਓਂ ਲੈ ਜਾਈਏ ਬੁੱਧ ਤੋਂ ਤਾਂ ਨੂੰ, ਬੁੱਧ ਬਾਬਾ ਸਾਹਿਬ ਤੋਂ ਹੇਠਾਂ ਲੈ ਜਾਈਏ ਤਾਂ ਬੁੱਧ ਤੱਕ, ਜਿੰਨੇ ਮਹਾਪੁਰਸ਼ ਆ, ਮਹਾਪੁਰਖੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਐਨਸੈਸਟਰ ਆ ਸਾਡੇ ਜਿਹੜੇ ਪੈਦਾ ਹੋਏ ਆ, ਇਹਨਾਂ ਨੇ ਜਾਤ ਪਾਤ ਖਤਮ ਕਰਨ ਦੇ ਲਈ ਇੱਕ ਬਹੁਤ ਵੱਡੀ ਫਾਈਟ ਕੀਤੀ ਹੈਗੀ ਆ ਇੰਡੀਆ, ਓਨਲੀ ਏਦਾਂ ਟਾਕ ਬੇਸ ਤੇ, ਨਾਟ ਓਨਲੀ ਕੋਈ ਲੜਾਈਆਂ ਕਰਕੇ ਨਹੀਂ, ਵਿਚਾਰਾਂ ਨਾਲ ਬੈਠ ਕੇ ਕੀਤੀ ਆ ਕਿ ਆਓ ਗੱਲ ਕਰੋ, ਅਸੀਂ ਤੁਹਾਡੇ ਨਾਲੋਂ ਘੱਟ ਕਿੱਥੇ ਆ। ਬਾਣੀ ਵੀ ਏਦਾਂ ਹੀ ਕਹਿੰਦੀ ਹੈਗੀ ਆ, ਕਬੀਰ ਸਾਹਿਬ ਦੀ ਬਾਣੀ ਕਹਿੰਦੀ ਆ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਹੇ ਬਾਟ ਕਿਉਂ ਨਾ ਆਇਆ। ਮਤਲਬ ਉਹਨਾਂ ਨੇ ਸਪੈਸ਼ਲ ਕਟਾਸ਼ ਕੀਤਾ ਕਿ ਬ੍ਰਾਹਮਣ ਨੂੰ ਕਿਹਾ ਆ, ਗੁਰੂ ਕਬੀਰ ਜੀ ਨੇ ਕਹਿੰਦੇ ਤੂੰ ਕਹਿੰਦਾ ਮੈਂ ਬ੍ਰਾਹਮਣ ਹੈ, ਮੈਂ ਉੱਚੀ ਜਾਤ ਦਾ ਆ, ਮਤਲਬ ਮੈਂ ਸਭ ਤੋਂ ਉੱਪਰ ਆ, ਮੈਂ ਦੇਵਤਾ, ਬਾਕੀ ਸਾਰੇ ਕੋਈ ਆ ਜਿਹਦੀਆਂ ਬਾਹਾਂ ਆ ਉਹ ਕਸ਼ਤਰੀਆ ਆ, ਫਿਰ ਧਾੜ ਆ ਉਹ ਵੈਸ਼ ਆ, ਪੈਰ ਸ਼ੂਦਰ ਆ, ਤੇ ਜਿਹੜੇ ਅਨਟੱਚੇਬਲ ਆ ਉਹਦਾ ਫਿਫਥ ਬਣਨਾ ਆ, ਉਹ ਤਾਂ ਚੌਥਾ ਬਣਨਾ ਵੀ ਹੈ ਨਹੀਂ। ਤੇ ਇਹ ਤੁਸੀਂ ਕਹਿੰਦੇ ਆ ਵੀ ਮੈਂ ਸੋਚਦਾ ਆ, ਜਾਂ ਮੈਂ ਤੁਹਾਨੂੰ ਕਹਿੰਦਾ, ਮੈਂ ਚੈਲੰਜ ਕਰਦਾ। ਉਹਨੇ ਚੈਲੰਜ ਕੀਤਾ, ਇਹ ਕ੍ਰਾਂਤੀ ਲਿਆਂਦੀ, ਰੈਵੋਲੂਸ਼ਨ ਕਹਿੰਦੇ ਜਿਹਨੂੰ ਆਪਾਂ। ਕਬੀਰ ਸਾਹਿਬ ਨੇ ਕ੍ਰਾਂਤੀ ਲਿਆਂਦੀ, ਕਹਿੰਦਾ ਜੇ ਤੂੰ ਕਹਿੰਦਾ ਮੈਂ ਬ੍ਰਾਹਮਣ ਬ੍ਰਾਹਮਣੀ ਜਾਇਆ, ਵੀ ਮੈਂ ਤਾਂ ਬ੍ਰਾਹਮਣ ਦਾ ਬੱਚਾ ਆ ਜੀ, ਮੈਂ ਤਾਂ ਬ੍ਰਾਹਮਣ ਹੀ ਰਹਿਣਾ, ਮੈਂ ਤਾਂ ਦੇਵਤਾ, ਹੋਰ ਕੋਈ ਹੋ ਹੀ ਨਹੀਂ ਸਕਦਾ। ਤੇ ਭਾਈ ਫਿਰ ਤੂੰ ਆਪਣੀ ਮਮ ਦੇ ਪੇਟ ਚੋਂ ਸੇਮ ਵੇ ਦੇ ਨਾਲ ਕਿੱਦਾਂ ਪੈਦਾ ਹੋ ਗਿਆ? ਤੂੰ ਕਹਿੰਦੇ ਤੈਨੂੰ ਉੱਪਰੋਂ ਡਿੱਗਣਾ ਚਾਹੀਦਾ ਸੀ, ਸਾਨੂੰ ਦਿਸਦਾ ਵੀ ਉਹ ਅਸਮਾਨ ਤੋਂ ਇੱਕ ਬ੍ਰਾਹਮਣ ਸਪੈਸ਼ਲ ਉੱਥੋਂ ਡਿੱਗਦਾ ਹੈਗਾ। ਮਤਲਬ ਇਸ ਤਰੀਕੇ ਦਾ ਉਹਨਾਂ ਨੇ ਇਟ ਮੀਨਸ ਉਹਨਾਂ ਨੇ, ਉਹ ਜਿਹੜੇ ਗੁਰੂ ਮਹਾਰਾਜ ਹੋਏ ਆ, ਉਹਨੇ ਫਿਰ ਇੱਕ ਵਿਚਾਰਾਂ ਦੀ ਫਾਈਟ ਨਹੀਂ ਕੀਤੀ, ਉਹਨੇ ਇਕੁਐਲਿਟੀ ਵਾਸਤੇ ਨਹੀਂ ਲੜੇ। ਤਾਂ ਜਦੋਂ ਸਾਨੂੰ ਸਭ ਨੂੰ ਇਹ ਸਮਝ ਆ ਜਾਏ ਕਿ ਬਾਬਾ ਨਾਮਦੇਵ, ਸ਼੍ਰੀ ਗੁਰੂ ਕਬੀਰ ਸਾਹਿਬ, ਸ਼੍ਰੀ ਗੁਰੂ ਰਵਿਦਾਸ, ਸ਼੍ਰੀ ਗੁਰੂ ਬਾਬਾ ਨਾਨਕ ਐਂਡ ਸਾਡੇ ਇਨਸਾਈਡ ਜਿੰਨੇ ਵੀ ਗੁਰੂ ਐਂਡ ਦਸਮ ਪਿਤਾ, ਬਾਬਾ ਨਾਨਕ ਔਰ ਦਸਮ ਪਿਤਾ ਦਾ ਨਾਮ ਬਹੁਤ ਆਉਂਦਾ ਬਾਰ-ਬਾਰ। ਕਿਉਂ ਆਉਂਦਾ? ਕਿਉਂਕਿ ਗੱਦੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਸਟਾਰਟ ਕੀਤਾ ਗਿਆ ਔਰ ਦਸਮ ਪਿਤਾ ਤੱਕ ਖਤਮ ਕਰ ਦਿੱਤੀ ਜਾਂਦੀ ਹੈ। ਦਸਮ ਪਿਤਾ ਨੇ ਫਿਰ ਪੂਰਾ ਧਰਮ ਦੇ ਦਿੱਤਾ। ਮੈਂ ਤੁਹਾਨੂੰ ਦੱਸਿਆ ਨਾ, ਸਾਡੇ ਲਈ ਤਾਂ ਉਹ ਸਾਰੇ ਇੱਕੋ ਜਿਹੇ ਹੈਗੇ ਆ, ਉਹਨਾਂ ਨੇ ਸਾਡੇ ਵਾਸਤੇ ਲੜਾਈ ਕੀਤੀ ਹੈ, ਸਾਡੀ ਇਕੁਐਲਿਟੀ ਵਾਸਤੇ ਉਹ ਲੜੇ ਹੈਗੇ ਆ। ਇਹ ਜਾਤਾਂ ਪਾਤਾਂ ਖਤਮ ਕਰਨ ਦੇ ਲਈ ਉਹਨਾਂ ਨੇ ਮਤਲਬ ਬਹੁਤ ਵੱਡੀ ਇੱਕ ਜੱਦੋ ਜਹਿਦ ਕੀਤੀ ਆ ਉਹਨਾਂ, ਤੇ ਅਸੀਂ ਕਿੱਦਾਂ ਉਹਨਾਂ ਨੂੰ ਭੁੱਲ ਜਾਈਏ ਜਿੱਦਾਂ, ਤੇ ਅਸੀਂ ਉਹਨਾਂ ਨੂੰ ਵੀ ਆਪਣਾ ਹੀ ਬਣਾ ਕੇ ਬਹਿ ਜਾਈਏ। ਕੁਛ ਲੋਕ ਪੈਦਾ ਹੋਏ ਆ, ਉਹ ਕਹਿੰਦੇ ਆ ਵੀ ਨਹੀਂ ਸਾਡਾ ਤਾਂ ਬਾਬਾ ਨਾਨਕ ਹੀ ਆ, ਖੱਤਰੀਆਂ ਦੇ ਪੈਦਾ ਹੋਇਆ, ਖੱਤਰੀ ਲੋਕ ਸਪੈਸ਼ਲ ਬਾਬੇ ਨਾਨਕ ਨੂੰ ਮੰਨਦੇ ਆ। ਮੇਰਾ ਇਹ ਤੁਸੀਂ ਜਦੋਂ ਪੁੱਛਦੇ ਨਾ ਐਕਸਪੀਰੀਅੰਸ ਹੀ ਆ ਬਹੁਤ ਸਾਰੇ ਲੋਕਾਂ ਨਾਲ ਬੈਠ ਕੇ, ਮੈਂ ਹੈਰਾਨ ਪਰੇਸ਼ਾਨ ਰਹਿ ਜਾਂਦੀ ਆ ਕਿ ਕੀ ਗੱਲ ਬਈ, ਬਾਬਾ ਨਾਨਕ ਜੀ ਖੱਤਰੀਆਂ ਦੇ ਪੈਦਾ ਹੋਏ ਤਾਂ ਤੁਹਾਡਾ ਕੱਲਿਆਂ ਦਾ ਕਿੱਦਾਂ ਹੋ ਗਿਆ? ਜਿਹੜੇ ਦਸਮ ਪਿਤਾ ਤੱਕ ਬਾਕੀ ਗੁਰੂ ਹੈਗੇ ਆ, ਤੇ ਉਹ ਗੱਲ ਘੱਟੇ ਹੀ ਕਰਦੇ ਆ। ਹਾਂ, ਗੁਰੂ ਗ੍ਰੰਥ ਸਾਹਿਬ, ਹਾਂਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਬਾਬੇ ਨਾਨਕ ਦੀ ਗੱਲ ਕਰਨਗੇ। ਤੇ ਦਸਮ ਪਿਤਾ ਤੱਕ ਕਈ ਫਿਰ ਬਾਬੇ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੇਨ ਰੱਖ ਕੇ ਤਾਂ ਫਿਰ ਉਹ ਦਸਮ ਪਿਤਾ ਦੀ, ਕਈ ਬੰਦੇ ਇਕੱਲੇ ਸਿਰਫ ਦਸਮ ਪਿਤਾ ਦੀ ਗੱਲ ਕਰਦੇ। ਲੇਕਿਨ ਮੇਰੀਆਂ ਨਜ਼ਰਾਂ 'ਚ ਤਾਂ ਉਹ ਸਾਰੇ ਇੱਕੋ ਹੀ ਆ। ਜਿਹੜੇ ਦਸਮ ਪਿਤਾ ਦੀ ਇੱਕ ਕੁਆਲਿਟੀ ਸਭ ਤੋਂ ਵੱਡੀ ਜਿਹੜੀ ਸੀਗੀ ਉਹ ਇਹ ਸੀ ਕਿ ਉਹਨਾਂ ਨੇ ਸਾਰਾ ਝਮੇਲਾ ਜਿਹਨੂੰ ਕਹਿੰਦੇ ਖਤਮ ਕਰਨ ਵਾਸਤੇ, ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੇਨ ਗੱਦੀ ਦੇ ਕੇ ਕਿਹਾ ਵੀ ਇਹਨੂੰ ਅੰਡਰਸਟੈਂਡ ਕਰ ਲਿਓ, ਇਹ ਆਪਣੀ ਸਭ ਦੀ ਆ, ਤੁਸੀਂ ਮਤਲਬ ਆਪਣਾ ਜਾਤ ਪਾਤ ਨੂੰ ਖਤਮ ਕਰਕੇ ਤੇ ਲੜ ਲੱਗ ਕੇ ਚੱਲਣਾ ਹੈਗਾ। ਤੁਹਾਡੀ ਇੱਕੋ ਹੀ ਗੱਲ ਹੋਣੀ ਚਾਹੀਦੀ ਆ। ਤੁਹਾਨੂੰ ਤੁਸੀਂ ਇਹ ਨਹੀਂ ਦੇਖਣਾ ਇਹ ਸਿੱਖ ਕੌਣ ਬੈਠਾ, ਉਹ ਸਿੱਖ ਕੌਣ ਬੈਠਾ, ਉਹ ਸਿੱਖ ਕੌਣ ਬੈਠਾ।
ਪਰ ਤੁਸੀਂ ਅੱਜ ਵੀ ਰਿਸਰਚ ਕਰਕੇ ਦੇਖੋ ਕਿ ਹਰ ਇੱਕ ਸਿੱਖ ਦੂਜੇ ਸਿੱਖ ਨੂੰ ਦੇਖਦਾ ਇਹ ਕੌਣ ਸਿੱਖ ਹੈ। ਅਰੇ ਬਈ ਸਿੱਖ ਤਾਂ ਸਿੱਖ ਹੈ। ਇਹ ਗੱਲ ਮੈਂ 2005 ਚ ਕਹੀ ਆ ਰੇਡੀਓ ਤੇ, ਮੈਂ ਅੱਜ ਫੇਰ ਕਹਿ ਦਿੰਦੀ ਆ ਕਿ ਸਿੱਖ ਤਾਂ ਸਿੱਖ ਹੈ, ਸਿੱਖ ਦੀ ਕੋਈ ਜਾਤ ਨਹੀਂ, ਤਾਂ ਜਿਸ ਦੀ ਜਾਤ ਹੈ ਉਹ ਸਿੱਖ ਨਹੀਂ। ਇਦਾਂ ਹੀ ਅੱਜ ਦੇ ਜ਼ਮਾਨੇ 'ਚ ਜਿਹੜੇ ਬੁੱਧਿਸਟ ਲੋਕ ਬਣ ਰਹੇ ਆ, ਉਹਨਾਂ ਦੀ ਜਾਤ ਪਹਿਲਾਂ ਮੋਹਰੇ ਲਿਆ ਰਹੇ ਆ ਬ੍ਰਾਹਮਣ, ਕਿ ਇਹਦੀ ਜਾਤ ਕੱਢੋ ਕੌਣ ਹੈ ਇਹ, ਉਹ ਵੀ ਇੰਡੀਆ 'ਚ। ਦੂਸਰੀਆਂ ਕੰਟਰੀਜ਼ ਵੀ ਬੁੱਧਿਸਟ ਆ, ਤੁਸੀਂ ਤਾਂ ਜ਼ਿਆਦਾ ਜਾਣਦੇ ਹੋਣੇ ਆ। ਜਾਪਾਨ ਬੁੱਧਿਸਟ ਹੈ, ਚਾਈਨਾ 'ਚ ਸੋ ਮੈਨੀ ਬੁੱਧਿਸਟ ਹੈ, ਵੀਅਤਨਾਮ ਬੁੱਧਿਸਟ ਹੈ, ਤਾਈਵਾਨ, ਥਾਈਲੈਂਡ, ਕੋਰੀਆ, ਹਾਂਗਕਾਂਗ, ਵੀਅਤਨਾਮ, ਲਾਓਸ, ਬਰਮਾ, ਸ਼੍ਰੀਲੰਕਾ, ਇਹ ਬੁੱਧਿਸਟ ਕੰਟਰੀਆਂ ਵੀ। ਉਹ ਤਾਂ ਕਹਿੰਦੇ ਨਹੀਂ ਤੇਰੀ ਜਾਤ ਕੀ ਆ। ਤੇ ਇੰਡੀਆ 'ਚ ਜਦ ਕਿ ਬੁੱਧਿਜ਼ਮ 'ਚ ਜਾਤ ਨਾਂ ਦਾ ਮਤਲਬ ਹੀ ਕੋਈ ਨਹੀਂ। ਉਹ ਕਹਿੰਦੇ ਨੋ, ਮਤਲਬ ਲਿਵ ਐਂਡ ਲੈਟ ਲਿਵ। ਤੇ ਤੁਸੀਂ ਸਿਰਫ ਆਪਣੇ ਆਪ ਦੀ ਖੋਜ ਕਰਨੀ ਹੈਗੀ ਆ, ਨੇਚਰ ਨੂੰ ਮੇਨ ਰੱਖਣਾ ਹੈਗਾ ਆ, ਕਿਉਂਕਿ ਇਹਦੇ 'ਚ ਤੁਸੀਂ ਆਪ ਬੈਠ ਕੇ ਆਪਣੇ ਰਿਸਰਚ ਕਰੋਗੇ ਤਾਂ ਤੁਹਾਨੂੰ ਸਮਝ ਆਊਗੀ ਕਿ ਅਸਲ 'ਚ ਇਹ ਪਾਵਰ, ਇਹ ਨੇਚਰ, ਇਹ ਊਰਜਾ, ਇਹ ਮਿੱਟੀ, ਇਹ ਅੱਗ, ਇਹ ਪਾਣੀ, ਇਹ ਹੈ ਕੀ ਆ। ਤੁਹਾਨੂੰ ਸਾਰੀ ਹਿਊਮੈਨਿਟੀ, ਸਾਰੀ ਕਾਇਨਾਤ ਇੱਕੋ ਹੀ ਲੱਗੂਗੀ, ਤੁਹਾਨੂੰ ਕੋਈ ਵੱਡਾ ਛੋਟਾ ਨਹੀਂ ਲੱਗੂਗਾ। ਪਰ ਇਹ ਧਰਤੀ ਦੇ ਉੱਤੇ ਜਿਹੜੇ ਇੰਨੇ ਜੀਵ ਜੰਤੂ ਇਹ ਲੋਕ ਰਹਿੰਦੇ ਹੈਗੇ ਆ, ਅਸੀਂ ਵੀ ਜੀਵ ਜੰਤੂ ਹੀ ਆ ਇੱਕ ਤਰ੍ਹਾਂ ਦੇ। ਤੇ ਅਸੀਂ ਆਪਸ ਵਿੱਚ ਨਫ਼ਰਤ ਪੈਦਾ ਕਰਨ ਲੱਗੇ ਆ, ਮੈਂ ਵੱਡਾ ਆ, ਉਹ ਛੋਟਾ ਆ, ਉਹ ਛੋਟਾ ਆ, ਮੈਂ ਵੱਡਾ ਆ। ਤੋ ਇਹ ਮੇਰੇ ਰੀਅਲ ਰਿਸਪੈਕਟਡ ਮਰਫੀ ਜੀ, ਇਹ ਹਾਲ ਆ ਇੱਥੇ ਦਾ। ਤੇ ਇਹਦੇ ਵਿੱਚ ਇਨਸਾਨ ਪੈਦਾ ਹੋ ਕੇ ਇਸੇ ਇਦਾਂ ਦੀਆਂ ਹੀ ਟੁੱਟੀਆਂ ਭੱਜੀਆਂ ਗੱਲਾਂ ਦੇ ਵਿੱਚ ਵਿਚਰ ਕੇ ਆਪਣੀ ਜ਼ਿੰਦਗੀ ਗਵਾ ਲੈਂਦਾ ਆ। ਇਹ ਮੈਨੂੰ ਨਹੀਂ ਇਹ ਕੋਈ ਵਧੀਆ ਜ਼ਿੰਦਗੀ ਲੱਗੀ। ਮੈਨੂੰ ਜ਼ਿੰਦਗੀ ਇਹ ਵਧੀਆ ਲੱਗੀ ਆ ਕਿ ਵਾਕਈ ਇਹ ਨੇਚਰ ਦਾ ਆਨੰਦ ਲਓ, ਆਪਣੇ ਆਪ ਨੂੰ ਮੰਨ ਕੇ ਚੱਲੋ ਮੇਰੀ ਕੋਈ ਜਾਤ ਨਹੀਂ। ਅਗਰ ਮੇਰੀ ਜਾਤ ਹੈ, ਮੇਰੀ ਬੋਡੀ ਨੂੰ ਦੇਖ ਕੇ ਕੋਈ ਕਵੇ ਤਾਂ ਮੇਰੀ ਇੱਕ ਔਰਤ ਦੀ ਜਾਤ ਹੈ, ਮੈਨੂੰ ਇੰਨਾ ਪਤਾ, ਮੈਂ ਤਾਂ ਇੱਕ ਔਰਤ ਜਾਤ ਹਾਂ, ਹੋਰ ਮੇਰੀ ਕੋਈ ਜਾਤ ਨਹੀਂ।